डियर स्टूडेंट, ਅੱਜ ਅਸੀਂ ਜਿਹੜਾ ਹੈ ਆਈਸੋਥਰਮਲ ਪ੍ਰੋਸੈਸ ਬਾਰੇ ਜਿਹੜਾ ਫਰਦਰ ਅਸੀਂ ਡਿਸਕਸ ਕਰਨਾ ਹੈ। ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਵਰਕ ਡਨ ਇਨ ਆਈਸੋਥਰਮਲ ਪ੍ਰੋਸੈਸ। ਅੱਜ ਦਾ ਟੌਪਿਕ ਬੇਟਾ ਕਲੀਅਰ ਤਾਂ ਹੋਏਗਾ ਜੇਕਰ ਤੁਸੀਂ ਪਿਛਲਾ ਜਿਹੜਾ ਲੈਕਚਰ ਹੈ ਉਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਬੇਟਾ ਸਮਝਿਆ। The first lecture on isothermal process is very important। ਉਹ ਕਰੋਗੇ ਤਾਂ ਤੁਹਾਨੂੰ ਬੇਟਾ ਅੱਜ ਦਾ ਜਿਹੜਾ ਇਹ ਵਾਲਾ ਆਰਟੀਕਲ ਹੈ ਉਹ ਤੁਹਾਨੂੰ ਚੰਗੇ ਤਰੀਕੇ ਨਾਲ ਬੇਟਾ ਕਲੀਅਰ ਹੋਏਗਾ। ਪਿਛਲੇ ਲੈਕਚਰ ਦੇ ਵਿੱਚ ਅਸੀਂ ਆਈਸੋਥਰਮਲ ਪ੍ਰੋਸੈਸ ਬਾਰੇ ਸਟੱਡੀ ਕੀਤਾ ਸੀਗਾ। ਮਾੜਾ ਜਿਹਾ ਮੈਂ ਤੁਹਾਨੂੰ ਫਿਰ ਵੀ ਰਿਪੀਟ ਕਰ ਦਿੰਦਾ ਕਿ ਆਈਸੋਥਰਮਲ ਪ੍ਰੋਸੈਸ ਦੇ ਵਿੱਚ ਟੈਂਪਰੇਚਰ ਹਮੇਸ਼ਾ ਸੇਮ ਰਹਿੰਦਾ ਹੈ। ਵੋਲੀਅਮ ਗੈਸ ਦਾ ਵਧੇ ਘਟੇ, ਪ੍ਰੈਸ਼ਰ 'ਚ ਫਰਕ ਪਏਗਾ, ਟੈਂਪਰੇਚਰ ਸੇਮ ਰਹੇਗਾ। ਆਈਸੋਥਰਮਲ ਪ੍ਰੋਸੈਸ ਦੀਆਂ ਬੇਟਾ ਆਪਾਂ ਕੰਡੀਸ਼ਨਸ ਵੀ ਡਿਸਕਸ ਕੀਤੀਆਂ ਸੀ ਕਿ ਆਈਸੋਥਰਮਲ ਪ੍ਰੋਸੈਸ ਵਾਸਤੇ ਜਿਹੜਾ ਸਿਲੰਡਰ ਹੁੰਦਾ ਹੈ ਉਹ ਪਰਫੈਕਟਲੀ ਕੰਡਕਟਿੰਗ ਵਾਲਸ ਹੋਣੀ ਚਾਹੀਦੀਆਂ, ਪਿਸਟਨ ਵੀ ਜਿਹੜਾ ਉਹ ਵੀ ਕੰਡਕਟਿੰਗ ਹੋਣਾ ਚਾਹੀਦਾ, ਫ੍ਰਿਕਸ਼ਨ ਲੈਸ ਹੋਣਾ ਚਾਹੀਦਾ ਤੇ ਪ੍ਰੋਸੈਸ ਜਿਹੜੀ ਹੈ ਸਲੋ ਰੇਟ ਦੇ ਉੱਪਰ ਹੋਣੀ ਚਾਹੀਦੀ ਹੈ। ਬੇਟਾ ਇਹ ਚੰਗੇ ਤਰੀਕੇ ਨਾਲ ਤੁਸੀਂ ਪਹਿਲਾ ਲੈਕਚਰ ਦੇਖੋ। ਬਹੁਤ ਮੈਂ ਆਪਣੀ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸਾਰਾ ਜਿਹੜਾ ਹੈ ਉਹ ਚੰਗੇ ਤਰੀਕੇ ਨਾਲ ਉਹ ਕਲੀਅਰ ਹੋ ਜਾਏ। ਨਾਓ ਕਮ ਟੂ this lecture, work done in isothermal process। ਜਦੋਂ ਗੈਸ ਐਕਸਪੈਂਡ ਹੋਵੇ ਜਾਂ ਗੈਸ ਬੇਟਾ ਕੰਪਰੈਸ ਹੋਵੇ ਉਦੋਂ ਵਰਕ ਹੁੰਦਾ ਹੈ। ਜੇ ਤੇ ਗੈਸ ਨੂੰ ਕੰਪਰੈਸ ਕਰਦੇ ਆ ਤੇ ਵਰਕ ਡਨ ਔਨ ਦਾ ਗੈਸ, ਤੇ ਜਦੋਂ ਗੈਸ ਐਕਸਪੈਂਡ ਹੁੰਦੀ ਹੈ ਉਦੋਂ ਬੋਲਦੇ ਆ ਵਰਕ ਡਨ ਬਾਏ ਦਾ ਗੈਸ। ਅੱਜ ਅਸੀਂ ਵਰਕ ਡਨ ਜਿਹੜਾ ਹੈ ਇਹਦੇ ਬਾਰੇ ਆਪਾਂ ਡਿਸਕਸ ਕਰਨਾ ਹੈ। ਬਹੁਤ ਹੀ ਬੇਟਾ ਇੰਪੋਰਟੈਂਟ ਆਰਟੀਕਲ ਹੈ ਤੇ ਇਹ ਤੁਹਾਡੇ ਜਿਹੜੇ ਪੇਪਰਸ ਜਿਹੜੇ ਆਉਣ ਵਾਲੇ ਨੇ ਉਹਦੇ ਵਿੱਚ ਆਈ ਹੋਪ ਕਿ ਇਹ ਪੁੱਛਿਆ ਜਾ ਸਕਦਾ ਹੈ। ਨਾਓ ਸਭ ਤੋਂ ਪਹਿਲਾਂ ਇਹਨੂੰ ਡਿਸਕਸ ਕਰਨ ਵਾਸਤੇ ਧਿਆਨ ਨਾਲ ਦੇਖੋ, ਇਹ ਸਾਡਾ ਇੱਕ ਸਿਲੰਡਰ ਹੈ। ਇਸ ਸਿਲੰਡਰ ਦੀ ਕੀ ਖਾਸੀਅਤ ਹੈ ਕਿ ਜਿਹੜਾ ਸਿਲੰਡਰ ਹੈ ਪਰਫੈਕਟਲੀ ਕੰਡਕਟਿੰਗ ਵਾਲਸ ਹੋਣੀ ਚਾਹੀਦੀਆਂ। ਇਹ ਮੈਂ ਪਿਛਲੇ ਸਾਰਾ ਤੁਹਾਨੂੰ ਡਿਸਕਸ ਕਰ ਲਿਆ। ਅਸੀਂ ਕੀ ਕੀਤਾ, ਇੱਕ ਸਿਲੰਡਰ ਲੈ ਲਿਆ ਜਿਹਦੀਆਂ ਪਰਫੈਕਟਲੀ ਕੰਡਕਟਿੰਗ ਵਾਲ ਨੇ ਤੇ ਬੇਟਾ ਆ ਹੈਗਾ ਪਿਸਟਨ। ਇਹ ਪਿਸਟਨ ਹੈ ਜਿਹੜਾ ਸਿਲੰਡਰ ਦੇ ਉੱਤੇ ਲੱਗਾ ਹੈ ਤੇ ਇਹ ਉਹਦੇ ਅੰਦਰ ਅਸੀਂ 1 ਮੋਲ ਆਈਡੀਅਲ ਗੈਸ ਇਹਦੇ ਅੰਦਰ ਬੇਟਾ ਆਪਾਂ ਫਿਲ ਕਰ ਦਿੱਤੀ ਹੈ। ਗੈਸ ਕਿਹੜੀ ਲਈਦੀ ਹੈ? ਆਈਡੀਅਲ। ਕਿੰਨੇ ਮੋਲ ਹੈ? 1 ਮੋਲ ਆਈਡੀਅਲ ਗੈਸ ਜਿਹੜੀ ਹੈ ਸਿਲੰਡਰ ਦੇ ਵਿੱਚ ਮੈਂ ਬੇਟਾ ਫਿਲ ਕਰ ਲਈ। ਤੇ ਸਿਲੰਡਰ ਕਿਸ ਤਰ੍ਹਾਂ ਦਾ ਹੈ? ਪਰਫੈਕਟਲੀ ਉਹਦੀਆਂ ਕੰਡਕਟਿੰਗ ਵਾਲਸ ਨੇ। ਪਿਸਟਨ ਕਿਸ ਤਰ੍ਹਾਂ ਦਾ ਹੈ? ਉਹ ਵੀ ਪਰਫੈਕਟਲੀ ਕੰਡਕਟਿੰਗ ਹੈ। ਤੇ ਦੂਸਰਾ ਬੇਟਾ ਫ੍ਰਿਕਸ਼ਨ ਲੈਸ ਸਾਡਾ ਕੀ ਹੈਗਾ ਹੈ? ਇਹ ਪਿਸਟਨ ਹੈਗਾ। ਹਾਂਜੀ ਬੇਟਾ ਕਲੀਅਰ। ਗੈਸ ਨੂੰ ਅਸੀਂ ਕੀ ਕੀਤਾ? ਐਕਸਪੈਂਡ ਹੋਣ ਦਿੱਤਾ। ਗੈਸ ਇਜ਼ ਅਲਾਉਡ ਟੂ ਐਕਸਪੈਂਡ। ਜਦੋਂ ਗੈਸ ਬੇਟਾ ਐਕਸਪੈਂਡ ਹੋਏਗੀ ਤੇ ਜਦੋਂ ਗੈਸ ਐਕਸਪੈਂਡ ਹੋਈ ਪਿਸਟਨ ਕਿੱਥੇ ਚੁੱਕਿਆ ਜਾਏਗਾ? ਪਿਸਟਨ ਉੱਪਰ ਚੁੱਕਿਆ ਜਾਏਗਾ। ਪਹਿਲਾ ਪਿਸਟਨ ਇੱਥੇ ਸੀਗਾ। ਇਹ ਦੇਖੋ ਡਾਟਡ ਲਾਈਨ ਦੇ ਨਾਲ ਬੇਟਾ ਮੈਂ ਤੁਹਾਨੂੰ ਇਹ ਸ਼ੋ ਕੀਤਾ ਹੈ। ਇਹ ਨਵੀਂ ਪੋਜੀਸ਼ਨ ਹੈਗੀ ਆ ਪਿਸਟਨ ਦੀ। ਪਿਸਟਨ ਥੋੜਾ ਜਿਹਾ ਤਾਂ ਚੁੱਕਿਆ ਗਿਆ। ਪਿਸਟਨ ਬੇਟਾ ਸਿਲੰਡਰ ਹੁੰਦਾ ਬਿਲਕੁਲ ਗੋਲ ਇਸ ਤਰ੍ਹਾਂ ਤੇ ਉਹਦਾ ਪਿਸਟਨ ਜਿਹੜਾ ਹੈਗਾ ਉਹਦਾ ਵੀ ਬੇਟਾ ਏਰੀਆ ਆਫ ਕ੍ਰੋਸ ਸੈਕਸ਼ਨ ਜਿਹੜਾ ਹੈਗਾ ਬਿਲਕੁਲ ਉਹਦਾ ਸਰਕੂਲਰ ਹੋਏਗਾ। ਆ ਬੇਟਾ ਉਹਦਾ ਏਰੀਆ ਆਫ ਕ੍ਰੋਸ ਸੈਕਸ਼ਨ ਹੈ। ਜਦੋਂ ਪਿਸਟਨ ਇੱਥੇ ਸੀ ਉਦੋਂ ਪ੍ਰੈਸ਼ਰ ਕਿੰਨਾ ਸੀ? P1। ਇਹ ਬੇਟਾ ਇਨੀਸ਼ੀਅਲ ਪ੍ਰੈਸ਼ਰ। ਵੋਲੀਅਮ ਕਿੰਨਾ ਸੀ? V1। ਤੇ ਟੈਂਪਰੇਚਰ ਕਿੰਨਾ ਹੈ? T। ਆਪਾਂ T ਦੇ ਪੈਰ 'ਚ 1 ਨਹੀਂ ਪਾਣਾ ਕਿਉਂਕਿ ਪ੍ਰੋਸੈਸ ਹੈਗੀ ਆਈਸੋਥਰਮਲ ਤੇ ਆਈਸੋਥਰਮਲ ਪ੍ਰੋਸੈਸ ਵਿੱਚ ਬੇਟਾ ਟੈਂਪਰੇਚਰ ਸੇਮ ਰਹਿੰਦਾ ਹੈ। ਕੋਈ ਮਤਲਬ ਨਹੀਂ ਪੈਰ ਵਿੱਚ T1 ਪਾਉਣ ਦਾ। ਕਲੀਅਰ ਹੈ। ਪਹਿਲਾ ਪ੍ਰੈਸ਼ਰ ਕਿੰਨਾ ਸੀ ਗੈਸ ਦਾ? P1। ਵੋਲੀਅਮ ਕਿੰਨਾ ਸੀ? V1। ਟੈਂਪਰੇਚਰ ਕਿੰਨਾ ਸੀ? ਮੰਨ ਲਓ T। ਕਲੀਅਰ। ਗੈਸ ਕੀ ਹੋ ਗਈ? ਐਕਸਪੈਂਡ। ਤੇ ਜਦੋਂ ਗੈਸ ਐਕਸਪੈਂਡ ਹੋਈ ਪਿਸਟਨ ਕਿੱਥੇ ਚੁੱਕਿਆ ਗਿਆ? ਉੱਪਰ। ਬੜਾ ਆਰਾਮ ਨਾਲ ਜਾਏਗਾ ਪਿਸਟਨ ਕਿਉਂਕਿ ਫ੍ਰਿਕਸ਼ਨ ਹੈ ਹੀ ਨਹੀਂ। ਆਰਾਮ ਨਾਲ ਪਿਸਟਨ ਉੱਪਰ ਚੁੱਕਿਆ ਗਿਆ। ਤੇ ਜਦੋਂ ਪਿਸਟਨ ਉੱਪਰ ਚੁੱਕਿਆ ਗਿਆ ਕੀ ਪ੍ਰੈਸ਼ਰ ਚੇਂਜ ਹੋਏਗਾ। ਨਵਾਂ ਪ੍ਰੈਸ਼ਰ ਕਿੰਨਾ ਆ ਗਿਆ ਬੇਟਾ? P2। ਨਵਾਂ ਵੋਲੀਅਮ ਕਿੰਨਾ ਆ ਗਿਆ? V2। ਤੇ ਪਰ ਬੇਟਾ ਇੱਥੇ ਮੈਂ ਦੁਬਾਰਾ T ਕਿਉਂ ਲਿਖਿਆ? ਬਿਕੋਜ਼ ਟੈਂਪਰੇਚਰ ਵਿਲ ਰਿਮੇਨ ਸੇਮ। ਟੈਂਪਰੇਚਰ ਬੇਟਾ ਸੇਮ ਰਹੇਗਾ ਇਨ ਆਈਸੋਥਰਮਲ ਪ੍ਰੋਸੈਸ। ਹਾਂਜੀ ਬੇਟਾ ਕਲੀਅਰ। ਹੁਣ ਬੇਟਾ ਆਪਣੇ ਆਪ ਸੋਚੋ V1 ਤੇ V2 ਚ ਵੱਡਾ ਕੌਣ ਹੋਏਗਾ?
जल्दी सोचो बेटा V1 ਤੇ V2 ਚ ਵੱਡਾ ਕੌਣ ਹੈ? ਵਿਚ ਵਨ ਇਜ਼ ਗ੍ਰੇਟਰ? ਗੈਸ ਐਕਸਪੈਂਡ ਹੋਈ ਹੈ, ਪਿਸਟਨ ਤਾਂ ਚੁੱਕਿਆ ਗਿਆ, ਜਦੋਂ ਪਿਸਟਨ ਤਾਂ ਚੁੱਕਿਆ ਜਾਏਗਾ ਬੇਟਾ ਤੇ ਵੋਲਿਊਮ ਗੈਸ ਦਾ ਵੱਧ ਜਾਏਗਾ। V2 ਇਜ਼ ਗ੍ਰੇਟਰ ਦੈਨ V1 ਤੇ P1 ਤੇ P2 ਵਿੱਚੋਂ ਜਦੋਂ ਗੈਸ ਬੇਟਾ ਐਕਸਪੈਂਡ ਹੁੰਦੀ ਹੈ ਨਾ ਪ੍ਰੈਸ਼ਰ ਘਟ ਜਾਂਦਾ ਹੈ। ਦੋਨੋਂ ਇਨਵਰਸਲੀ ਹੈ, ਇਕੁਏਸ਼ਨ ਵੀ ਮੈਂ ਡਿਸਕਸ ਕੀਤੀ ਹੈ ਪਿੱਛੇ। ਹਾਂਜੀ ਬੇਟਾ T ਦੇ ਉੱਤੇ ਕੋਈ ਫਰਕ ਨਹੀਂ ਪਏਗਾ। ਨਾਓ ਇਹ ਤੁਹਾਨੂੰ ਬੇਟਾ ਕਲੀਅਰ ਹੋ ਗਿਆ। ਹੁਣ ਜਦੋਂ ਪਿਸਟਨ ਨੇ ਉੱਪਰ ਜਾਣਾ ਹੈ ਗੈਸ ਕੀ ਹੋ ਰਹੀ ਹੈ? ਐਕਸਪੈਂਡ। ਹੁਣ ਮੈਨੂੰ ਇਹਨਾਂ ਜਵਾਬ ਦੇ ਦਿਓ ਸਲੋ ਰੇਟ ਤੇ ਕਿ ਫਾਸਟ ਰੇਟ ਤੇ। ਜਿਹੜੇ ਬੱਚੇ ਨੇ ਪਹਿਲਾ ਲੈਕਚਰ ਅੱਛੇ ਤਰੀਕੇ ਨਾਲ ਸੁਣਿਆ ਨਾ ਸਾਰਾ, ਉਹ ਬਿਲਕੁਲ ਉਹਨੇ ਹੁਣ ਜਵਾਬ ਦੇ ਵੀ ਦਿੱਤਾ ਹੋਣਾ ਆਪਣੇ ਮਾਈਂਡ ਦੇ ਵਿੱਚ ਕਿ ਪ੍ਰੋਸੈਸ ਮਸਟ ਟੇਕ ਪਲੇਸ ਐਟ ਸਲੋ ਰੇਟ। ਪਿਸਟਨ ਨੂੰ ਤਾਂ ਚੁੱਕਣਾ ਹੈ ਬਿਲਕੁਲ ਸਲੋਲੀ ਤਾਂ ਜੋ ਟੈਂਪਰੇਚਰ ਜਿਹੜਾ ਸਾਡਾ ਹੈਗਾ ਉਹ ਮੇਨਟੇਨ ਰਵੇ, ਕਨਸਟੈਂਟ ਰਹਿਣਾ, ਜਿਹੜਾ ਮੇਨਟੇਨ ਰਹਿਣਾ ਚਾਹੀਦਾ ਬੇਟਾ। ਕਲੀਅਰ? ਆਓ ਇਹਨੂੰ ਜਿਹੜਾ ਮੈਂ ਜੋ ਇੱਥੇ ਡਿਸਕਸ ਕੀਤਾ ਬੇਟਾ ਮੈਂ ਇਹਨੂੰ ਥੋੜਾ ਜਿਹਾ ਲਿਖਤਾ ਹੈ, ਇਹ ਤੁਸੀਂ ਆਪਣੀ ਕਾਪੀ ਦੇ ਉੱਪਰ ਨਾਲ ਦੇ ਨਾਲ ਨੋਟ ਕਰ ਲੈਣਾ। ਆ ਦੇਖੋ ਕੀ ਲਿਖਿਆ, ਕੰਸੀਡਰ ਮੰਨ ਲਓ 1 ਗ੍ਰਾਮ ਮੋਲ, 1 ਗ੍ਰਾਮ ਮੋਲ ਜਿਹੜੀ ਹੈ ਮੈਂ ਕਿਹੜੀ ਗੈਸ? ਆਈਡੀਅਲ ਗੈਸ ਇਨਕਲੋਜ਼ ਕਰ ਲਈ, ਫਿਲ ਕਰ ਲਈ, ਮਤਲਬ ਬੰਦ ਕਰਤੀ। ਕਾਹਦੇ ਵਿੱਚ ਬੰਦ ਕਰ ਦਿੱਤੀ? ਇੱਕ ਸਿਲੰਡਰ ਦੇ ਵਿੱਚ ਬੰਦ ਕਰ ਦਿੱਤੀ। 1 ਮੋਲ ਆਈਡੀਅਲ ਗੈਸ ਮੈਂ ਸਿਲੰਡਰ 'ਚ ਫਿਲ ਕਰਤੀ। ਆਫ ਸਿਲੰਡਰ ਕਿਸ ਤਰ੍ਹਾਂ ਦਾ ਹੈ? ਪਰਫੈਕਟਲੀ ਕੰਡਕਟਿੰਗ ਵਾਲ। ਇਹ ਬੇਟਾ ਜ਼ਰੂਰ ਲਿਖਣਾ ਹੈ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਆਈਸੋਥਰਮਲ ਦੀ, ਤੇ ਜਦੋਂ ਇਹਦਾ ਵਰਕ ਡਨ ਕਰਨਾ ਨਾ ਤੇ ਸਿਲੰਡਰ ਬਾਰੇ ਗੱਲਾਂ ਜ਼ਰੂਰ ਕਰਨੀਆਂ ਕਿਸ ਤਰ੍ਹਾਂ ਦਾ ਸਿਲੰਡਰ ਹੋਣਾ ਚਾਹੀਦਾ ਹੈ। ਹਾਂਜੀ ਸਿਲੰਡਰ ਕਿਸ ਤਰ੍ਹਾਂ ਦਾ? ਪਰਫੈਕਟਲੀ ਕੰਡਕਟਿੰਗ ਵਾਲ ਤੇ ਨਾਲ ਫਿਟਡ ਵਿਦ, ਨਾਲ ਕੀ ਲੱਗਾ ਸਿਲੰਡਰ ਦੇ ਉੱਤੇ? ਇੱਕ ਪਰਫੈਕਟਲੀ ਕੰਡਕਟਿੰਗ ਤੇ ਫ੍ਰਿਕਸ਼ਨਲੈਸ ਪਿਸਟਨ ਲੱਗਾ ਹੋਇਆ, ਦੇਖੋ ਐਜ਼ ਸ਼ੋਨ ਇਨ ਫਿਗਰ। ਹਾਂਜੀ ਬੇਟਾ ਕਲੀਅਰ? ਇੱਕ ਸਿਲੰਡਰ ਲੈ ਲਿਆ, ਪਰਫੈਕਟਲੀ ਕੰਡਕਟਿੰਗ ਵਾਲਸ ਨੇ, ਪਿਸਟਨ ਵੀ ਪਰਫੈਕਟਲੀ ਕੰਡਕਟਿੰਗ ਹੈ, ਫ੍ਰਿਕਸ਼ਨਲੈਸ ਉਹ ਪਿਸਟਨ ਹੈ, ਉਹਨੂੰ ਅਸੀਂ ਇਹਦੇ ਅੰਦਰ 1 ਮੋਲ ਗੈਸ ਬੰਦ ਕਰ ਲਈ। ਲੈਟ ਦਾ ਗੈਸ ਬੀ ਅਲਾਉਡ ਟੂ ਐਕਸਪੈਂਡ ਸਲੋਲੀ। ਬੇਟਾ ਇਹ ਵਰਡ ਜ਼ਰੂਰ ਲਿਖਣਾ ਹੈ ਕਿਉਂਕਿ ਇਹ ਕੰਡੀਸ਼ਨ ਹੈਗੀ ਹੈ ਆਈਸੋਥਰਮਲ ਦੀ। ਮੰਨ ਲਓ ਕਿ ਗੈਸ ਨੂੰ ਥੋੜਾ ਜਿਹਾ ਅਸੀਂ ਅਲਾਉ ਕਰਤਾ ਕਿ ਉਹ ਥੋੜੀ ਜਿਹੀ ਬੇਟਾ ਐਕਸਪੈਂਡ ਹੋ ਜਾਏ। ਹਾਂਜੀ ਬੇਟਾ ਕਲੀਅਰ? ਅੱਗੇ ਆ ਜਾਏਗਾ ਲੈਟ P1 V1 ਤੇ T। ਇਹ ਕੀ ਚੀਜ਼ ਹੈ ਬੇਟਾ? ਇਨੀਸ਼ੀਅਲ, ਪਹਿਲਾ ਸਾਡਾ ਕੀ ਸੀ? ਇਨੀਸ਼ੀਅਲ ਪ੍ਰੈਸ਼ਰ, ਵੋਲੀਅਮ ਐਂਡ ਸਾਡੇ ਕੋਲ ਆ ਜਾਏਗਾ ਬੇਟਾ ਟੈਂਪਰੇਚਰ। ਇਹ ਸਾਡਾ ਇਨੀਸ਼ੀਅਲ ਕੰਡੀਸ਼ਨ ਹੈ। ਪਹਿਲਾ ਪ੍ਰੈਸ਼ਰ P1 ਸੀ, V1 ਤੇ T ਇਨੀਸ਼ੀਅਲ ਸੀ ਸਾਡਾ। ਐਂਡ ਤੇ ਜੇ ਅਸੀਂ ਲਿਖਦੇ ਆ P2 V2 ਤੇ T B ਦਾ, ਹਾਂਜੀ ਬੇਟਾ ਕੀ ਆਏਗਾ? ਇਹ ਸਾਡੇ ਕੋਲ ਹੈਗਾ ਕੀ ਹੈ? ਫਾਈਨਲ। ਫਾਈਨਲ ਕੀ? ਆਪਣੇ ਆਪ ਲਿਖ ਲਓ, ਫਾਈਨਲ ਪ੍ਰੈਸ਼ਰ, ਫਾਈਨਲ ਵੋਲੀਅਮ ਐਂਡ ਟੈਂਪਰੇਚਰ। ਫਾਈਨਲ ਪ੍ਰੈਸ਼ਰ, ਫਾਈਨਲ ਵੋਲੀਅਮ ਐਂਡ ਟੈਂਪਰੇਚਰ। ਜਦੋਂ ਗੈਸ ਨੂੰ ਅਸੀਂ ਬੇਟਾ ਐਕਸਪੈਂਡ ਕਰਤਾ, ਪਹਿਲਾਂ ਆਹ ਕੰਡੀਸ਼ਨ ਸੀ, ਹੁਣ ਆ T ਦੇ ਵਿੱਚ ਫਰਕ ਨਹੀਂ ਪਏਗਾ। ਕਿਉਂ ਨਹੀਂ ਫਰਕ ਪਏਗਾ? ਕਿਉਂਕਿ ਬੇਟਾ ਜਿਹੜੀ T ਹੈ ਟੈਂਪਰੇਚਰ ਜਿਹੜਾ ਹੈ ਉਹ ਆਈਸੋਥਰਮਲ ਪ੍ਰੋਸੈਸ ਵਾਸਤੇ ਜਿਹੜਾ ਹੈ ਬੇਟਾ ਉਹ ਕਾਂਸਟੈਂਟ ਹੀ ਉਹ ਰਹਿੰਦਾ ਹੈ। ਹਾਂਜੀ ਬੇਟਾ ਕਲੀਅਰ? ਆਓ ਹੁਣ ਅਸੀਂ ਵਰਕ ਡਨ ਅਸੀਂ ਨਿਕਾਲਣਾ ਹੈ। ਇਸ ਤੋਂ ਅੱਗੇ ਤੁਸੀਂ ਲਿਖਣਾ ਹੈ ਜਿੰਨਾ ਮੈਂ ਲਿਖਿਆ ਸੀ ਬੇਟਾ ਇਹਦੇ ਤੁਸੀਂ ਥੱਲੇ ਲਿਖਣਾ ਹੈ। ਹੁਣ ਧਿਆਨ ਨਾਲ ਦੇਖੋ ਬੇਟਾ, ਲੈਟ capital A, it is a area of cross section, area of cross section of piston। पिस्टन का बेटा जेड़ा आ वाला एरिया है, आ वाला सारा, दिस इज द एरिया ऑफ क्रॉस सेक्शन। ओ मान लो बेटा साढ़े को कितना हैगा A, इट इज द एरिया ऑफ क्रॉस सेक्शन। बिल्कुल बेटा गोल है, सर्कुलर। ओ पाई आर स्क्वायर वाला फार्मूला लगेगा बेटा, एरिया ऑफ क्रॉस सेक्शन जेड़ा है वो पिस्टन का साढ़े को हो गया। हाँ जी बेटा क्लियर? जिस तरह आ मान लो ए जे पिस्टन, इस तरह ए हैगा साडा एरिया ऑफ क्रॉस सेक्शन पाई आर स्क्वायर, इनू मैं लिखता था कैपिटल A। लेट dx की चीज है, ध्यान ना देखो बेटा, मैं dx लिखा, d मैंने वेरी स्मॉल, x मैंने बेटा ओदा जेड़ा डिस्प्लेसमेंट, जो पिस्टन इथों इथे चला गया, पिस्टन ने कुछ ना कुछ तो बेटा ओदी डिस्प्लेसमेंट हुई,
कितनी की डिस्प्लेसमेंट हुई है बेटा dx। लेट dx की चीज है स्मॉल डिस्प्लेसमेंट का दी डिस्प्लेसमेंट ऑफ पिस्टन ड्यूरिंग एक्सपेंशन। ਜਦੋਂ गैस एक्सपैंड हो रही है उदो पिस्टन थोड़ा जा तां चुकिया गया, किन्ना क चुकिया गया बेटा dx। हाले बेटा ही स्मॉल जेड़ा ओदे बारे गल कर रहे हैं। एरिया किन्ना, एरिया ऑफ क्रॉस सेक्शन A। हुण आ पिस्टन इत्थे पहुंच गया बेटा, आ पिस्टन इथों इत्थे पहुंच गया ते तुसी देखोगे बेटा आ भी एक सिलेंडर ही है। ध्यान नाल देखो बेटा, आ इथों इत्थे चला गया, पहला इत्थे सी हुण इत्थे आ गया। ਇਹਦਾ मतलब पहला गैस इत्थे सी बेटा इत्थे, हुण गैस ਜਿਹੜੀ है इत्थों तक आ गई। गैस ਦਾ वॉल्यूम ਵਧਿਆ ਕਿ ਘਟਿਆ सोचो। पिस्टन इत्थे सी इत्थे चला गया, ਜਦੋਂ पिस्टन ਤਾਂ ਚੁੱਕਿਆ ਗਿਆ बेटा गैस ਦਾ वॉल्यूम ਵਧਿਆ कि नहीं? हाँ जी ਵਧੇਗਾ। पहला वॉल्यूम इन्ना सी, देखो जिस तक मैं हाथ रखिਆ पहला वॉल्यूम इन्ना सी ਤੇ ਜਦੋਂ पिस्टन ਇੱਥੇ चला गया ਇਹ ਨਵਾਂ वॉल्यूम आ गया ਤੇ बेटा ਵਧਿਆ ਕਿੰਨਾ? ਇੰਨਾ वॉल्यूम ਜਿਹੜਾ साडा जिहड़ा है वो इंक्रीज हो गया। दिस इज अ इंक्रीज इन वॉल्यूम। नाउ स्मॉल इंक्रीज इन वॉल्यूम। हाँ जी बोलो बेटा, स्मॉल इंक्रीज इन वॉल्यूम इज इक्वल टू, हाँ जी पिस्टन का कितना वॉल्यूम बढ़िया। हाँ जी यह की चीज है बेटा सिलेंडर। सिलेंडर का वॉल्यूम कितना होता है पाई आर स्क्वायर एच। ध्यान नाल देखना है स्मॉल इंक्रीज इन वॉल्यूम, तुसी लिखना नहीं हाले इनू, हाले तुसी लिखना नहीं है। स्मॉल इंक्रीज इन वॉल्यूम, ए वॉल्यूम बढ़िया ते बेटा सिलेंडर बनया देखो अभी, ते सिलेंडर का वॉल्यूम की होंदा है पाई आर स्क्वायर एच। ए तुसी 10th क्लास च पढ़िया वॉल्यूम ऑफ सिलेंडर पाई आर स्क्वायर एच। ते बेटा पाई आर स्क्वायर ते एरिया है, एदी जगह ते ए आ गया। एच होंदा बेटा हाइट सिलेंडर दी ते साडी कितनी है देखो dx। एदा मतलब की होया स्मॉल इंक्रीज इन वॉल्यूम कितना आएगा साडे कोल, स्मॉल इंक्रीज इन वॉल्यूम आएगा a dx। एरिए नू लेंथ दे नाल बेटा असी मल्टीप्लाई कर देना है, जिन्ना आ एरिया ਉਹਨੂੰ ਇਹਦੇ ਨਾਲ ਅਸੀਂ ਮਲਟੀਪਲਾਈ ਕਰਤਾ। ਵਾਟ ਇਜ਼ ਏ ਪਾਈ ਆਰ ਸਕੁਅਰ, ਵਾਟ ਇਜ਼ dx, h ਹੈ ਹਾਈਟ ਹੈ ਬੇਟਾ। ਇਹਦਾ ਮਤਲਬ ਸਮਾਲ ਇੰਕਰੀਜ਼ ਇਨ ਵੋਲਿਊਮ ਕਿੰਨਾ ਆ ਗਿਆ a dx। ਹੁਣ ਸਾਹਮਣੇ ਬ੍ਰੈਕਟ ਚ ਪਾ ਕੇ ਲਿਖ ਦੋ, ਸਾਹਮਣੇ ਬ੍ਰੈਕਟ ਚ ਪਾ ਕੇ ਲਿਖ ਦੋ ਕਿਉਂਕਿ ਵੋਲਿਊਮ ਕਾਹਦਾ ਬੇਟਾ ਸਿਲੰਡਰ ਦਾ ਵੋਲਿਊਮ ਕਿੰਨਾ ਹੁੰਦਾ ਹੈ, ਸਿਲੰਡਰ ਦਾ ਵੋਲਿਊਮ ਹੁੰਦਾ ਹੈ ਪਾਈ ਆਰ ਸਕੁਅਰ h। ਉਥੋਂ ਹੈ ਬੇਟਾ ਸਾਡਾ ਵੋਲਿਊਮ ਦਾ ਫਾਰਮੂਲਾ ਬਣ ਗਿਆ। ਇਹਦਾ ਮਤਲਬ ਜਦੋਂ ਗੈਸ ਨੂੰ ਥੋੜਾ ਜਿਹਾ ਐਕਸਪੈਂਡ ਕੀਤਾ, ਥੋੜਾ ਜਿਹਾ ਡਿਸਟੈਂਸ ਤੱਕ ਜਿਹੜੀ ਐਕਸਪੈਂਸ਼ਨ ਹੋਈ dx ਤੇ ਥੋੜਾ ਜਿਹਾ ਉਹਦਾ ਵੋਲਿਊਮ ਜਿਹੜਾ ਹੈ ਇੰਕਰੀਜ਼ ਹੋ ਗਿਆ ਤੇ ਸਮਾਲ ਇੰਕਰੀਜ਼ ਇਨ ਵੋਲਿਊਮ ਨੂੰ ਕਿਵੇਂ ਲਿਖਾਂਗੇ dv। ਵਾਟ ਇਜ਼ d, ਸਮਾਲ ਇੰਕਰੀਜ਼ ਇਨ ਵੋਲਿਊਮ ਉਹ ਕਿੰਨਾ ਹੈ ਬੇਟਾ a ਮਲਟੀਪਲਾਈ ਬਾਈ dx। ਦਿਸ ਇਜ਼ ਅ ਸਮਾਲ ਇੰਕਰੀਜ਼ इन वॉल्यूम। हाँ जी बेटा क्लियर होया, इन्हू ध्यान नाल समझ लो। पिस्टन पहला इत्थे सी, गैस नू की कीता थोड़ा जिहा एक्सपेंड कीता, किन्ना कि डिस्टेंस तां चुकिया गया पिस्टन dx। गैस की हो गई एक्सपैंड, थोड़ी जी एक्सपैंड हुई, जो थोड़ी जी एक्सपैंड हुई ਇਹਦਾ मतलब थोड़ा जिहा वॉल्यूम ਉਹਦਾ ਵਧਿਆ ਤੇ ਉਹ ਜਿਹੜਾ वॉल्यूम ਵਧਿਆ ਤੇ वॉल्यूम ਦਾ ਫਾਰਮੂਲਾ ਕਿਉਂਕਿ ਸਿਲੰਡਰ ਬਣਦਾ ਪਿਆ ਬੇਟਾ ਤੇ वॉल्यूम ਦਾ ਫਾਰਮੂਲਾ ਕੀ ਹੁੰਦਾ ਹੈ ਪਾਈ ਆਰ ਸਕੁਅਰ h ਹੁੰਦਾ ਹੈ ਤੇ ਪਾਈ ਆਰ ਸਕੁਅਰ ਹੁੰਦਾ ਏਰੀਆ, ਉਹ ਮੈਂ a ਲਿਖ ਦਿੱਤਾ ਤੇ h ਹੁੰਦੀ ਆ ਹਾਈਟ, ਉਹਦੀ ਜਗ੍ਹਾ ਤੇ ਬੇਟਾ ਮੈਂ dx ਲਿਖ ਦਿੱਤਾ। ਹਾਂਜੀ ਬੇਟਾ ਕਲੀਅਰ। ਨਾਓ ਇਸ ਤੋਂ ਬਾਅਦ ਬੇਟਾ ਜਦੋਂ ਗੈਸ ਐਕਸਪੈਂਡ ਹੋਈ, ਜਦੋਂ ਗੈਸ ਐਕਸਪੈਂਡ ਹੋਈ ਬੇਟਾ ਗੈਸ ਨੇ ਵਰਕ ਕੀਤਾ ਤੇ ਜਦੋਂ ਗੈਸ ਐਕਸਪੈਂਡ ਹੋਏਗੀ then the work is done by the gas। ਗੈਸ ਨੇ ਬੇਟਾ ਆਪ ਜਿਹੜਾ ਹੈ ਉਹ ਵਰਕ ਕਰਨਾ ਹੈ ਤੇ ਇਹਦਾ ਮਤਲਬ ਸਮਾਲ ਵਰਕ ਡਨ ਨਿਕਾਲਾਂਗੇ, small work done by the gas during
expansion, small work done by the gas during expansion, small work done ਦਾ ਬੇਟਾ ਕੀ ਫਾਰਮੂਲਾ ਲਿਖਾਂਗੇ dw। ਬੇਟਾ ਜਦੋਂ ਵੀ small ਹੈ ਉਦੋਂ ਅਸੀਂ d ਲਗਾਉਂਦੇ ਹਾਂ। ਹਾਂਜੀ ਬੇਟਾ ਕਲੀਅਰ। ਤੇ ਵਰਕ ਡਨ ਦਾ ਫਾਰਮੂਲਾ ਬੇਟਾ ਤੁਹਾਨੂੰ ਸਭ ਨੂੰ ਪਤਾ ਹੈ, ਫੋਰਸ ਮਲਟੀਪਲਾਈ ਬਾਏ, ਸਾਨੂੰ ਸਭ ਨੂੰ ਪਤਾ ਹੈ ਉਹ ਹੁੰਦਾ ਬੇਟਾ ਡਿਸਪਲੇਸਮੈਂਟ। ਫੋਰਸ ਨੂੰ ਡਿਸਪਲੇਸਮੈਂਟ ਦੇ ਨਾਲ ਮਲਟੀਪਲਾਈ ਕਰਾਂਗੇ। ਹਾਂਜੀ ਫੋਰਸ ਮਲਟੀਪਲਾਈ ਬਾਏ ਹਾਂਜੀ ਡਿਸਪਲੇਸਮੈਂਟ। ਜਦੋਂ ਅਸੀਂ ਫੋਰਸ ਨੂੰ ਡਿਸਪਲੇਸਮੈਂਟ ਦੇ ਨਾਲ ਮਲਟੀਪਲਾਈ ਕਰਾਂਗੇ ਤੇ ਸਾਡੇ ਕੋਲ ਜਿਹੜਾ ਹੈ ਉਹ ਵਰਕ ਡਨ ਦਾ ਬੇਟਾ ਸਾਡੇ ਕੋਲ ਜਿਹੜਾ ਉਹ ਫਾਰਮੂਲਾ ਆ ਜਾਏਗਾ। ਹਾਂਜੀ ਬੇਟਾ ਕਲੀਅਰ, ਇਹ ਧਿਆਨ ਰੱਖਣਾ ਹੈ। ਨਾਓ ਵਾਟ ਇਜ਼ ਫੋਰਸ? ਬੇਟਾ ਇੱਥੇ ਫੋਰਸ ਕਿਵੇਂ ਨਿਕਾਲੀਏ? ਫੋਰਸ ਦਾ ਫਾਰਮੂਲਾ ਤੇ ਬੇਟਾ ਇੱਕ ਨਿਊਟਨ ਦਾ ਲਾਅ ਪੜਿਆ ਸੀ, F = ma ਹੁੰਦਾ, ਮਾਸ ਇਨਟੂ ਐਕਸਲਰੇਸ਼ਨ, ਇਹ ਤੇ ਪੜਿਆ। ਪਰ ਬੇਟਾ ਇੱਥੇ ਕਿਹੜੀ ਐਕਸਲਰੇਸ਼ਨ ਆਣੀ ਹੈ? ਇੱਥੇ ਤੇ ਗੱਲਾਂ ਹੋ ਰਹੀਆਂ ਨੇ ਪ੍ਰੈਸ਼ਰ ਦੀਆਂ, ਵੋਲੀਅਮ ਦੀ ਗੱਲਾਂ ਹੋ ਰਹੀਆਂ ਨੇ। ਤੇ ਜੇ ਗੱਲਾਂ ਪ੍ਰੈਸ਼ਰ ਦੀ ਹੋ ਰਹੀਆਂ ਨੇ ਨਾ ਤੇ ਇਹਦਾ ਮਤਲਬ ਫੋਰਸ ਦਾ ਫਾਰਮੂਲਾ ਵੀ ਬੇਟਾ ਪ੍ਰੈਸ਼ਰ ਤੋਂ ਹੀ ਨਿਕਾਲਦੇ ਆ। ਤੇ ਸਾਨੂੰ ਸਭ ਨੂੰ ਪਤਾ ਹੈ ਇੱਕ ਫਾਰਮੂਲਾ ਬੇਟਾ ਪ੍ਰੈਸ਼ਰ ਦਾ ਫਾਰਮੂਲਾ ਯਾਦ ਕਰੋ, ਫੋਰਸ ਓਵਰ ਏਰੀਆ। ਪ੍ਰੈਸ਼ਰ ਦਾ ਫਾਰਮੂਲਾ ਕੀ ਹੁੰਦਾ? ਫੋਰਸ ਓਵਰ ਏਰੀਆ। ਜਦੋਂ ਬੇਟਾ ਆਪਾਂ ਡਾਈਮੈਂਸ਼ਨਸ ਪੜ੍ਹੀਆਂ ਸੀ ਜਾਂ ਆਪਾਂ ਪਿੱਛੇ ਚੈਪਟਰ ਪੜ੍ਹ ਰਹੇ ਹਾਂ ਹਲੇ ਵੀ, ਫੋਰਸ ਓਵਰ ਏਰੀਆ ਉਹ ਪ੍ਰੈਸ਼ਰ ਦਾ ਫਾਰਮੂਲਾ ਹੈ। ਤੇ ਬੇਟਾ ਵਿੱਚ ਫੋਰਸ ਕਿੰਨੀ ਆਏਗੀ? ਦਿਸ ਇੰਪਲਾਈ ਫੋਰਸ ਦਾ ਫਾਰਮੂਲਾ ਪ੍ਰੈਸ਼ਰ ਇਨਟੂ ਏਰੀਆ। ਫੋਰਸ ਨਿਕਾਲਣੀ ਹੈ ਤੇ ਪ੍ਰੈਸ਼ਰ ਮਲਟੀਪਲਾਈ ਬਾਈ ਕੀ ਕਰ ਦਾਂਗੇ ਏਰੀਆ। ਇੱਥੇ ਬੇਟਾ ਫੋਰਸ ਦੀ ਜਗ੍ਹਾ ਕੀ ਆ ਜਾਏਗਾ P ਇਨਟੂ A, ਪ੍ਰੈਸ਼ਰ ਇਨਟੂ ਏਰੀਆ। ਇਹ ਨੋਟ ਕਰ ਲਓ। ਜਦੋਂ ਵੀ ਗੈਸ ਬਾਰੇ ਗੱਲ ਹੋਵੇ, ਭਾਵੇਂ ਕੈਮਿਸਟਰੀ 'ਚ ਹੋਵੇ ਤੇ ਭਾਵੇਂ ਫਿਜ਼ਿਕਸ ਦੀ ਗੈਸ ਦੀ ਗੱਲ ਹੋਵੇ, ਜਿੱਥੇ ਵੀ ਗੈਸ ਬਾਰੇ ਸਟੱਡੀ ਕਰ ਰਹੇ ਹੋ ਤੇ ਜ਼ਰੂਰ ਧਿਆਨ ਦੇਣਾ ਹੈ ਫੋਰਸ ਨਿਕਾਲਣ ਦਾ ਫਾਰਮੂਲਾ ਕਿਹੜਾ ਲੱਗਣਾ ਉੱਥੇ? ਪ੍ਰੈਸ਼ਰ ਮਲਟੀਪਲਾਈ ਬਾਏ ਏਰੀਆ। ਤੇ ਬੇਟਾ ਡਿਸਪਲੇਸਮੈਂਟ ਕਿੰਨੀ ਕੋਈ ਹੈ? ਨਾਲ ਆ ਗਈ ਸਾਡੇ ਕੋਲ ਬੇਟਾ dx ਆ ਗਿਆ। ਇਹ ਡਿਸਪਲੇਸਮੈਂਟ ਹੋਈ ਹੈ ਨਾਲ dx। ਹਾਂਜੀ ਕਲੀਅਰ। ਪ੍ਰੈਸ਼ਰ ਇਨਟੂ ਏਰੀਆ ਇਨਟੂ dx। ਪਰ ਧਿਆਨ ਨਾਲ ਦੇਖੋ ਬੇਟਾ, ਆ ਹੁਣੇ ਪੜਿਆ ਸੀ ਏਰੀਏ ਨੂੰ ਜਦੋਂ dx ਨਾਲ, ਇਹਨੂੰ ਛੱਡੋ, ਏਰੀਆ ਇਨਟੂ dx। ਆ ਦੇਖੋ ਉਹ ਕੀ ਚੀਜ਼ ਹੈ? ਇੰਕਰੀਜ਼ ਇਨ ਵੋਲਿਊਮ, ਸਮਾਲ ਇੰਕਰੀਜ਼ ਇਨ ਵੋਲਿਊਮ। ਇਹਦਾ ਮਤਲਬ ਕੀ ਹੋਇਆ? P ਦਾ P ਰਹਿ ਗਿਆ, ਨਾਲ ਆ ਗਿਆ ਬੇਟਾ dv, ਬਿਕੋਜ਼ A into dx is equal to ਕਿੰਨਾ ਹੈਗਾ dv। A into dx ਇਹਦੀ ਜਗ੍ਹਾ ਤੇ ਕੀ ਲਿਖਤਾ ਮੈਂ? dv ਲਿਖ ਦਿੱਤਾ ਹੈ। now this is the equation number 1। ਇਹ ਸਾਡੀ ਬੇਟਾ ਇਕੁਏਸ਼ਨ ਨੰਬਰ 1 ਆ ਗਈ। ਸਮਾਲ ਵਰਕ ਡਨ ਬੇਟਾ ਨਿਕਾਲ ਲਿਆ P dv। ਇਹਨੂੰ ਆਪਣੇ ਮਾਈਂਡ 'ਚ ਯਾਦ ਕਰ ਲਓ, ਹਰ ਵਾਰੀ ਇਹ ਇਕੁਏਸ਼ਨ ਮੈਂ ਯੂਜ਼ ਕਰਨੀ ਹੈ। ਨੈਕਸਟ ਆਰਟੀਕਲ ਮੈਂ ਜਦੋਂ ਕਰਾਵਾਂਗਾ ਨਾ, ਇੱਥੋਂ ਤੱਕ ਬੇਟਾ ਬਿਲਕੁਲ ਸੇਮ ਆਏਗਾ, ਤੁਸੀਂ ਨੋਟ ਕਰੋਗੇ। ਹਾਂਜੀ, ਵਾਟ ਇਜ਼ ਦਾ ਸਮਾਲ ਵਰਕ ਡਨ ਇਨ ਐਕਸਪੈਂਡਿੰਗ ਦਾ ਗੈਸ? ਸਮਾਲ ਵਰਕ ਡਨ ਬਾਈ ਦਾ ਗੈਸ ਡਿਊਰਿੰਗ ਐਕਸਪੈਂਸ਼ਨ ਕਿੰਨਾ ਵਰਕ ਹੁੰਦਾ ਹੈ? P dv। P ਮੈਨੇ ਪ੍ਰੈਸ਼ਰ ਤੇ dv ਦਾ ਮਤਲਬ ਉਹਦਾ ਵੋਲਿਊਮ ਜਿਹੜਾ ਹੈ ਉਹ ਚੇਂਜ ਹੋ ਗਿਆ। ਪਰ ਬੇਟਾ ਨੋਟ ਕਰੋ, ਸਾਡਾ ਤੇ ਇੱਥੇ ਵੋਲਿਊਮ ਕਿੰਨਾ ਕੁ ਚੇਂਜ ਹੋਇਆ? ਵੈਰੀ ਸਮਾਲ। ਕਿੰਨਾ? dv। ਜੋ ਥੋੜਾ ਜਿਹਾ ਵੋਲਿਊਮ ਚੇਂਜ ਹੋਇਆ ਤੇ ਥੋੜਾ ਜਿਹਾ ਵਰਕ ਹੋਇਆ। ਪਰ ਸਾਡਾ ਵੋਲਿਊਮ ਤੇ V1 ਤੋਂ V2 ਤੱਕ ਚੇਂਜ ਹੋਇਆ। ਗੈਸ ਨੂੰ ਅਸੀਂ ਐਕਸਪੈਂਡ ਕੀਤਾ, ਸਾਡਾ ਪਹਿਲਾ ਵੋਲਿਊਮ ਸੀ V1, ਅਸੀਂ ਨਵਾਂ ਵੋਲਿਊਮ ਕਿੰਨਾ ਰੱਖਿਆ ਬੇਟਾ ਆਪਾਂ? V2। ਇਹ ਨਿਊ ਵੋਲਿਊਮ ਹੈ, ਇਹ 'ਚ ਲਿਖਣਾ ਲਿਖੋ, ਨਹੀਂ ਲਿਖਣਾ ਇਹਦੇ 'ਚ ਨਾ ਲਿਖੋ। ਇਹ ਨਿਊ ਵੋਲਿਊਮ ਹੈ ਸਾਡਾ, ਅਸੀਂ V1 ਤੋਂ V2 ਤੱਕ ਜਾਣਾ ਹੈ। ਮੈਂ ਸਟਾਰਟਿੰਗ ਤੇ ਲਿਖਿਆ ਸੀ ਬੇਟਾ, ਪਹਿਲਾ ਪ੍ਰੈਸ਼ਰ P1, ਵੋਲਿਊਮ ਕਿੰਨਾ ਸੀ V1, ਟੈਂਪਰੇਚਰ T, ਤੇ ਫਾਈਨਲ ਕਿੰਨਾ P2, V2 ਤੇ T। ਅੱਛਾ, ਇਹ ਤੇ ਸਮਾਲ ਇੰਕਰੀਜ਼ ਕਰਕੇ ਆਇਆ, ਪਰ ਅਸੀਂ ਤੇ ਮੰਨ ਲਓ P1 V1 ਤੋਂ ਲੈ ਕੇ P2 V2 ਤੱਕ ਜਾਣਾ ਹੈ। ਨਾਓ ਟੋਟਲ ਵਰਕ ਡਨ, total work done in changing volume from V1 to V2 is given by। बेटा टोटल वर्क डन किवें निकालांगे? ਇਹ ਤੇ ਸਮਾਲ ਵਰਕ ਨਿਕਾਲਿਆ, ਥੋੜੀ ਜੀ ਐਕਸਪੈਂਸ਼ਨ ਕੀਤੀ ਹੈ, ਪਰ ਮੈਂ ਤੇ ਜਿਹੜੀ ਐਕਸਪੈਂਸ਼ਨ ਕਰਨੀ ਹੈ V1 ਤੋਂ V2 ਤੱਕ, ਫਾਈਨਲ
ਮੰਨ ਲਓ ਇੱਥੋਂ ਤੱਕ ਅਸੀਂ ਜਾਣਾ ਹੈ, ਫਾਈਨਲ ਇੱਥੋਂ ਤੱਕ ਜਾਣਾ ਹੈ, ਟੋਟਲ ਐਕਸਪੈਂਸ਼ਨ ਉਹ ਕਿਵੇਂ ਕਰਾਂਗੇ ਬੇਟਾ, ਸਮਾਲ ਵਰਕ ਨਿਕਾਲ ਲਿਆ ਤੇ ਟੋਟਲ ਵਾਸਤੇ ਸਾਨੂੰ ਆਲਰੇਡੀ ਪਤਾ ਹੈ ਅਸੀਂ ਕੀ ਕਰਦੇ ਹੁੰਦੇ ਬੇਟਾ, ਇੰਟੈਗ੍ਰੇਸ਼ਨ। ਜਿਸ ਤਰ੍ਹਾਂ ਪਿੱਛੇ ਆਪਾਂ ਇਕੁਏਸ਼ਨਸ ਆਫ ਮੋਸ਼ਨ ਵਾਲੇ ਆਰਟੀਕਲ ਪੜ੍ਹੇ VU + AT ਵਾਲੇ, ਉਸ ਤਰ੍ਹਾਂ ਬੇਟਾ ਅਸੀਂ ਇਹਦੀ ਇੰਟੈਗ੍ਰੇਸ਼ਨ ਕਰਾਂਗੇ ਸਮਾਲ ਵਰਕ ਡਨ ਦੀ। ਇਜ਼ ਗਿਵਨ ਬਾਏ ਕੀ ਆਏਗਾ ਬੇਟਾ ਸਾਡੇ ਕੋਲ, ਟੋਟਲ ਵਰਕ ਡਨ ਕਿਵੇਂ ਨਿਕਾਲਾਂਗੇ, ਇੰਟੈਗ੍ਰੇਸ਼ਨ ਕਰ ਦਾਂਗੇ ਸਮਾਲ ਵਰਕ ਦੀ। ਸਮਾਲ ਵਰਕ ਦੀ ਇੰਟੈਗ੍ਰੇਸ਼ਨ मतलब टोटल वर्क निकालना है। हाँ जी, कित्थों किस तक चेंज कच आ रही है, गौर करो, चेंज कच आ रही है वॉल्यूम दे विच चेंज V1 तो जाना मैं V2 तक, इथों तक मैं जाना है V1 तो V2 तक। टोटल असी बेटा जिहड़ा है वो वर्क आपां निकालना है। आई थिंक तुहानूं बेटा इथों तक सारी चीज क्लीयर हो गई। इत्थे वैल्यू बेटा भर दो और W = V1 तो V2 ਤੇ DW ਦੀ ਵੈਲਿਊ ਕਿੰਨੀ ਸੀ ਬੇਟਾ ਸਾਡੇ ਕੋਲ ਸੀਗੀ PdV ਜਿਹੜੀ ਹੈ ਸਾਡੀ ਉਹ ਵੈਲਿਊ ਆ ਗਈ ਹੈ। ਹਾਂਜੀ ਬੇਟਾ ਇਸ ਤੱਕ ਕਲੀਅਰ ਹੋ ਗਿਆ। ਨਾਓ ਇਸ ਤੋਂ ਬਾਅਦ ਬੇਟਾ ਲਿਮਿਟ ਦੇਖੋ, ਲਿਮਿਟ ਕਿਹੜੀਆਂ ਨੇ ਵੋਲਿਊਮ ਦੀਆਂ, ਇੱਥੇ ਵੀ ਵੋਲਿਊਮ ਹੈ ਤੇ ਆ ਕੀ ਆ ਗਿਆ, ਪ੍ਰੈਸ਼ਰ ਆ ਗਿਆ ਬੇਟਾ। ਇਹਦਾ ਮਤਲਬ ਪ੍ਰੈਸ਼ਰ ਨੂੰ ਵੀ ਆਪਾਂ ਚੇਂਜ ਕਰ ਲਈਏ। ਪ੍ਰੈਸ਼ਰ ਬਾਹਰ ਤੇ ਮੈਂ ਕੱਢ ਨਹੀਂ ਸਕਦਾ, ਕਿਉਂ, ਕਿਉਂਕਿ ਆਈਸੋਥਰਮਲ ਪ੍ਰੋਸੈਸ ਵਿੱਚ ਪ੍ਰੈਸ਼ਰ ਬੇਟਾ ਚੇਂਜ ਹੁੰਦਾ ਹੈ। ਅਸੀਂ ਕਿਹੜੀ ਚੀਜ਼ ਬਾਹਰ ਕੱਢ ਸਕਦੇ, ਜਿਹੜੀ ਚੀਜ਼ ਕਨਸਟੈਂਟ ਹੁੰਦੀ ਹੈ। ਪ੍ਰੈਸ਼ਰ ਨੂੰ ਮੈਂ ਬਾਹਰ ਨਹੀਂ ਕੱਢ ਸਕਦਾ ਵਿੱਚੋਂ। ਇਹਦਾ ਮਤਲਬ ਹੈ ਬੇਟਾ ਇੰਟੈਗ੍ਰੇਸ਼ਨ ਹੱਲ ਨਹੀਂ ਹੋਏਗੀ। ਇਹਦਾ ਮਤਲਬ ਪਹਿਲਾਂ ਪ੍ਰੈਸ਼ਰ ਨੂੰ ਅਸੀਂ ਇਥੋਂ ਚੇਂਜ ਕਰੀਏ। ਸਾਨੂੰ ਕੀ ਪਤਾ ਹੈ, ਅਸੀਂ ਲਿਖਾਂਗੇ ਵੀ ਨੋ ਦੈਟ, ਬੇਟਾ ਪਿਛਲੇ ਲੈਕਚਰ ਵਿੱਚ ਧਿਆਨ ਨਾਲ ਦੇਖੋ ਸਾਰਾ ਸਮਝਿਆ ਸੀ। ਵੀ ਨੋ ਦੈਟ ਆਈਡੀਅਲ ਗੈਸ इक्वेशन कादे वास्ते फॉर आइसोथर्मल प्रोसेस, आइडियल गैस इक्वेशन फॉर आइसोथर्मल प्रोसेस केड़ी है बेटा, PV = K। आइसोथर्मल प्रोसेस वास्ते बेटा इक्वेशन है PV = K दा मतलब है PV = साडे कोल आएगा बेटा कांस्टेंट, आपां लिख दांगे PV = K। हाँ जी बेटा क्लियर। ते K की जगह ते की सीगा, और बेटा इक्वेशन नोट कर लेना, मैं दोबारा यूज करांगा, और PV = RT। आइसोथर्मल प्रोसेस की इक्वेशन है PV = K एंड व्हाट इज K, इट इज ए कांस्टेंट। ते हुंदा कितना बेटा RT, टेंपरेचर भी कांस्टेंट हुंदा ते R भी कांस्टेंट है। हाँ जी क्लियर। ਇਹਦੇ ਵਿੱਚੋਂ ਅਸੀਂ P ਦੀ ਵੈਲਿਊ ਨਿਕਾਲ ਲਈ, ਸਾਡੇ ਕੋਲ ਆ ਗਿਆ RT ਓਵਰ ਕਿੰਨਾ ਆ ਗਿਆ ਬੇਟਾ ਸਾਡੇ ਕੋਲ V ਆ ਗਿਆ। RT ਓਵਰ V ਨੂੰ ਨੀਚੇ ਲੈ ਲਿਆ। ਹੁਣ P ਦੀ ਵੈਲਿਊ ਬੇਟਾ ਮੈਂ ਉਹਦੇ ਵਿੱਚ ਪੁੱਟ ਕਰ ਲਾਂਗਾ ਪਿਛਲੀ ਇਕੁਏਸ਼ਨ ਦੇ ਵਿੱਚ। ਨਾਓ above equation, therefore above equation will become ਉਹ ਇਕੁਏਸ਼ਨ ਸਾਡੀ ਬੇਟਾ ਹੁਣ ਕੀ ਬਣ ਜਾਏਗੀ, ਧਿਆਨ ਨਾਲ ਦੇਖੋ। ਵਰਕ ਡਨ ਕਿੰਨਾ ਸੀ ਸਾਡੇ ਕੋਲ, ਸਾਡੀ ਇਕੁਏਸ਼ਨ ਸੀਗੀ ਬੇਟਾ ਆ ਵਾਲੀ PdV, ਥੱਲੇ V1 ਇੱਥੇ V2, ਕੀ ਬਣ ਜਾਏਗੀ ਥੱਲੇ V1 ਉੱਪਰ ਕਿੰਨਾ ਹੈ V2। P ਦੀ ਜਗ੍ਹਾ ਦੇ ਉੱਤੇ ਕੀ ਆਏਗਾ ਬੇਟਾ RT ਓਵਰ V ਤੇ ਨਾਲ ਆ ਗਿਆ ਬੇਟਾ ਸਾਡੇ ਕੋਲ dV। P ਦੀ ਜਗ੍ਹਾ ਤੇ RT ਓਵਰ V ਅਸੀਂ ਲਗਾ ਦਿੱਤਾ। ਹਾਂਜੀ ਠੀਕ, ਪ੍ਰੈਸ਼ਰ ਚੇਂਜ ਹੋ ਗਿਆ। ਨਾਓ ਵਾਟ ਇਜ਼ ਆਰ ਗੈਸ ਕਾਂਸਟੈਂਟ, ਤੇ ਗੈਸ ਕਾਂਸਟੈਂਟ ਹੈ, ਇਹਦਾ ਮਤਲਬ ਇਹਨੂੰ ਇੰਟੈਗ੍ਰੇਸ਼ਨ ਚੋਂ ਅਸੀਂ ਬਾਹਰ ਕੱਢ ਦਾਂਗੇ। ਇਹਦਾ ਮਤਲਬ ਵਰਕ ਡਨ ਦਾ ਫਾਰਮੂਲਾ ਕੀ ਆਇਆ, R ਵਿੱਚੋਂ ਬਾਹਰ ਆ ਗਿਆ। ਕਿਉਂ R ਬਾਹਰ ਕੱਢਿਆ ਬੇਟਾ, ਜਲਦੀ ਬੋਲੋ, ਕਿਉਂਕਿ ਇਹ ਕਾਂਸਟੈਂਟ ਹੈ। ਹਾਂਜੀ T ਨੂੰ ਬਾਹਰ ਕੱਢੋਗੇ, ਸੋਚੋ T ਬਾਹਰ ਆਏਗਾ, ਜਲਦੀ ਜਵਾਬ ਦਿਓ। ਟੈਂਪਰੇਚਰ ਵੀ ਬੇਟਾ ਕਾਂਸਟੈਂਟ ਹੀ ਹੈ। ਕਿਹੜੀ ਪ੍ਰੋਸੈਸ ਬਾਰੇ ਆਪਾਂ ਪੜ ਰਹੇ ਹਾਂ, ਆਈਸੋਥਰਮਲ। ਤੇ ਆਈਸੋਥਰਮਲ ਪ੍ਰੋਸੈਸ ਵਾਸਤੇ ਟੈਂਪਰੇਚਰ ਤੇ ਕਾਂਸਟੈਂਟ ਹੈ, ਇਹਦਾ ਮਤਲਬ T ਵੀ ਬਾਹਰ ਨਿਕਲ ਗਿਆ। ਤੇ ਬੇਟਾ ਅੰਦਰ ਕੀ ਰਹਿ ਗਿਆ, ਅੰਦਰ ਰਹਿ ਗਿਆ 1/V। ਇਹ ਦੋਨੋਂ ਚੀਜ਼ਾਂ ਬਾਹਰ ਨਿਕਲ ਗਈਆਂ, ਇੱਥੇ ਰਹਿ ਗਿਆ 1, ਨੀਚੇ ਰਹਿ ਗਿਆ V ਤੇ ਨਾਲ ਰਹਿ ਗਿਆ dV। ਵੋਲਿਊਮ ਕਿਉਂ ਨਹੀਂ ਬਾਹਰ ਕੱਢਿਆ, ਕਿਉਂਕਿ ਬੇਟਾ ਵੋਲਿਊਮ ਵਿੱਚ ਕੀ ਆ ਰਹੀ ਹੈ ਚੇਂਜ। ਥੱਲੇ V1 ਤੇ ਉੱਪਰ ਵਾਲੀ ਲਿਮਿਟ ਕਿਹੜੀ ਆ ਗਈ ਸਾਡੇ ਕੋਲ ਬੇਟਾ V2 ਆ ਗਈ। ਹਾਂਜੀ ਬੇਟਾ ਕਲੀਅਰ। आई थिंक ਤੁਹਾਨੂੰ ਇੱਥੋਂ ਤੱਕ ਇਹ ਸਾਰਾ ਜਿਹੜਾ ਹੈ ਉਹ ਕਲੀਅਰ ਹੋ ਗਿਆ। ਨਾਓ ਨੈਕਸਟ ਸਟੈਪ ਕਿਹੜਾ ਹੈ,
साढ़े को आ गया बेटा आर टी। बेटा याद कर लो 1/v dv। जिस तरह देखो एक फार्मूला होता है, नोट कर लो, कापी ते लिख लो। 1/x dx होवे, ਇਹਦਾ ਫਾਰਮੂਲਾ ਹੁੰਦਾ बेटा log x to the base e। ਇਹ ਫਾਰਮੂਲਾ ਹੁੰਦਾ बेटा log ਦੇ ਵਿੱਚ। 1/x dx ਦੀ ਇੰਟੀਗ੍ਰੇਸ਼ਨ ਕਿੰਨੀ ਹੁੰਦੀ ਹੈ log x। ਤੇ ਮੇਰੇ ਕੋਲ बेटा ਇਹ ਫਾਰਮੂਲਾ ਹੈਗਾ, ਇਹ ਮੈਥਮੈਟੀਕਲ ਫਾਰਮੂਲਾ ਹੈ, ਬਸ ਇਹ ਯਾਦ ਰੱਖਣਾ ਹੈ। ਤੇ ਮੇਰੇ ਕੋਲ 1/v dv ਹੈ, ਤੇ ਜੇ x ਸੀ ਤੇ log x ਆ ਗਿਆ, ਤੇ ਮੇਰੇ को 1/v dv है, तो मेरे को क्या आएगा बेटा, मेरे को आ जाएगा log, साढ़े को आ जाएगा v टू द बेस कितना आ जाएगा बेटा e आ जाएगा। हाँ जी बेटा क्लियर। जे 1/x dx है तो log x, तो जे 1/v dv है तो साढ़े को क्या आ गया बेटा log v। ते नाल बेटा एलिमेंट्स तानू पता है लिमिट्स केड़े साइड ते पाई दी हैं, राइट साइड ते पाई दी हैं। थल्ले v1 आ गया, उत्ते v2। इंटीग्रेशन खत्म हो गई। ए सारे नू हल करके साढ़े को log v लिमिट असी राइट साइड ते पा दी है। ए फार्मूले नू बेटा नोट कर लो। नाउ w इक्वल टू आर टी। हाँ जी बेटा पहला लिमिट केड़ी भरी दी है, पहला v की जगह ते की आना बेटा साढ़े को v2। पहला अपर लिमिट भरनी है, फिर लोअर भरनी है। हाँ जी की आएगा ब्रैकेट, साढ़े को आ जाएगा log टू द बेस, ए निक्का जा e पाना बेस विच, तो v वॉल्यूम की जगह ते पहला की आ जाएगा v2, फिर साइन केड़ा पाईदा हमेशा असी माइनस दा पाईदा, फिर v की जगह ते की आ जाएगा बेटा साढ़े को v1, ते ए साडी हो गई बेटा ब्रैकेट बंद हो गई। हाँ जी आई थिंक कि तुहानू सारा जिहड़ा है इत्थों तक तुहानू क्लीयर है, कोई प्रॉब्लम तो नहीं आई। हाँ जी log v2 माइनस log कितना आ गया बेटा v1, और w इक्वल टू आर टी। बेटा दो log इकट्ठे होन, log दो इकट्ठे होन विच माइनस का साइन आंदा होवे, इस तरह देखो log a ते माइनस मान लो log कितना हैगा साडे कोल b। इस तरह दो log होन विच माइनस का साइन आवे ते ध्यान रखना है इको वारी log लिख के a ओवर b कर देना है, a नू b दे नाल थल्ले डिवाइड कर देना है। फार्मूला होंदा बेटा मैथमेटिक्स दा फार्मूला है log a माइनस log b किहदे इक्वल है log a ओवर b होंदा है, डिवाइड कर देना। इत्थे भी देखो दो log ने विच माइनस है, ते असी की करांगे एक वारी असी log लिख लिया, ते ऊपर आ जाएगा v2 ते नीचे आ जाएगा साढ़े को बेटा v1। यह फार्मूला साढ़े को बन गया वर्क डन इज इक्वल टू आर टी log टू द बेस e v2 ओवर साढ़े को आ गया बेटा v1। हाँ जी बेटा क्लियर। w इक्वल टू आर टी log v2 ओवर v1। इस तरह तुहानू बेटा सारा क्लियर है। ए सारे स्टेप ए फार्मूला भी नोट कर लो जो मैं लिखा है साइड पे। और w इक्वल टू, हाँ जी ध्यान ना देखना है, 2.3026 आ वैल्यू कितों आ गई ए नोट करना है। आर टी log टू द बेस 10 आगे आ गया बेटा v2 ओवर v1, log v2 ओवर v1। बेटा इत्थे log टू द बेस e सीगा, जदों भी log नू e तो log 10 ਦੇ ਵਿੱਚ ਕਨਵਰਟ ਕਰਨਾ ਹੈ। बेटा ਤੁਹਾਡੇ ਕੈਲਕੂਲੇਟਰ ਵਿੱਚ ਦੋ ਤਰ੍ਹਾਂ ਦੇ log ਹੋਣਗੇ, ਤੁਸੀਂ ਸਾਇੰਟੀਫਿਕ ਕੈਲਕੂਲੇਟਰ ਦੇਖੋ, ਉੱਥੇ log ਇੱਕ ਨੈਚੁਰਲ log, ਇੱਕ log ਟੂ ਦਾ ਬੇਸ 10 ਹੁੰਦਾ ਹੈ। ਜਦੋਂ ਵੀ ਅਸੀਂ log ਟੂ ਦਾ ਬੇਸ e ਨੂੰ log ਟੂ ਦਾ ਬੇਸ 10 ਦੇ ਵਿੱਚ ਕਨਵਰਟ ਕਰਨਾ ਹੈ, ਤੇ बेटा इस नंबर ਦੇ ਨਾਲ ਮਲਟੀਪਲਾਈ ਕਰੀਦਾ ਹੈ। ਇਹਨੂੰ ਯਾਦ ਕਰ ਲਓ, ਜਦੋਂ ਵੀ log ਦੀ ਵੈਲਿਊ e ਤੋਂ log 10 ਵਿੱਚ ਕਨਵਰਟ ਕਰਨੀ ਹੈ ਤੇ ਅਸੀਂ ਇਹਨੂੰ 2.3026 ਇਹਦੇ ਨਾਲ ਜਿਹੜਾ ਹੈ बेटा ਆਪਾਂ ਇਹਨੂੰ ਮਲਟੀਪਲਾਈ ਕਰ ਦਿੰਦੇ ਆ। ਐਂਡ ਦਿਸ ਇਜ਼ ਦਾ ਫਾਰਮੂਲਾ ਫॉर ਆਈਸੋਥਰਮਲ वर्क डन। यह साडा जिहड़ा बेटा फॉर्मूला है आइसोथर्मल वर्क डन दा 2.3026 आर टी log टू द बेस 10 v2 ओवर v1। ਇਹਦੇ ਪੈਰ ਚ बेटा मैं निक्का जा ISO पा देना है। आइसो केड़ी प्रोसैस है बेटा, थर्मल, आइसोथर्मल प्रोसैस दा बेटा वर्क डन 2.3026। हाँ जी बेटा क्लियर। बेटा अज का जो आर्टिकल सी है वर्क डन वाला,
ਇਹਦੇ ਵਿੱਚ ਤੁਹਾਨੂੰ ਬੜਾ ਕੁਝ ਬੇਟਾ ਸਿੱਖਣ ਨੂੰ ਮਿਲਿਆ। ਇੱਕ ਤੇ ਤੁਹਾਨੂੰ ਪਤਾ ਲੱਗਾ ਬੇਟਾ ਇੰਟੈਗ੍ਰੇਸ਼ਨ ਜਿਹੜੀ ਹੁੰਦੀ ਹੈ 1/x ਆ ਗਿਆ ਕਿਤੇ dx ਉਹ log 'ਚ ਹੁੰਦੀ ਹੈ। ਇੱਕ ਪਤਾ ਲੱਗਾ ਕਿ log 2 ਵਿੱਚ ਮਾਈਨਸ ਆ ਜੇ ਤੇ ਅਸੀਂ ਇੱਕੋ log ਲੈ ਕੇ ਉੱਪਰ ਥੱਲੇ ਡਿਵਾਈਡ ਕਰ ਦਿੰਦੇ ਹਾਂ। ਤੇ log 2 ਦਾ ਬੇਸ e ਤੋਂ 10 ਦੇ ਵਿੱਚ ਕਨਵਰਟ ਕਰਨਾ ਹੈ ਤੇ ਬੇਟਾ ਆ ਕਨਵਰਸ਼ਨ ਫੈਕਟਰ ਹੁੰਦਾ ਨਾਲ ਇਹਦੇ ਨਾਲ ਮਲਟੀਪਲਾਈ ਕਰਦਾ ਹੈ 2.3026। ਬੇਟਾ ਅੱਜ ਦਾ ਆਰਟੀਕਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਆਈ ਹੋਪ ਕਿ ਆਈਸੋਥਰਮਲ ਪ੍ਰੋਸੈਸ ਦਾ ਜਿਹੜਾ ਪਹਿਲਾ ਪਾਰਟ 1 ਤੇ ਆਈਸੋਥਰਮਲ ਪ੍ਰੋਸੈਸ ਦਾ ਬੇਟਾ ਇਹ ਜਿਹੜਾ ਪਾਰਟ 2 ਹੈ ਇਹਨੂੰ ਚੰਗੇ ਤਰੀਕੇ ਦੇ ਨਾਲ ਕਰਕੇ ਤੇ ਤੁਸੀਂ ਆਪਣਾ ਹੋਮਵਰਕ ਜਿਹੜਾ ਮੈਨੂੰ ਸੈਂਡ ਕਰੋਗੇ ਤੇ ਬੇਟਾ ਇਹਨੂੰ ਜ਼ਰੂਰ ਕਰਿਓ ਕਿਉਂਕਿ ਫਾਈਨਲ ਪੇਪਰ ਦੇ ਜਿਹੜੇ ਸਾਡੇ ਹੋ ਰਹੇ ਨੇ ਦਸੰਬਰ ਦੇ ਵਿੱਚ ਅਸੀਂ ਉਹਦੇ ਅਕੋਰਡਿੰਗ ਅਸੀਂ ਇਹ ਚੱਲ ਰਹੇ ਹਾਂ। ਠੀਕ ਹੈ ਬੇਟਾ, ਮਿਹਨਤ ਜ਼ਰੂਰ ਕਰਨੀ ਹੈ ਤੇ ਮੈਨੂੰ ਕੱਲ ਤੱਕ ਜਿਹੜੀ ਹੈ ਇਨਫੋਰਮੇਸ਼ਨ ਦੇਣੀ ਹੈ ਕਿ ਸਰ ਸਾਡੇ ਇਹ ਆਰਟੀਕਲ ਦੋਨੋਂ ਹੋ ਗਏ ਨੇ ਤਾਂ ਜੋ ਮੈਂ ਨੈਕਸਟ ਜਿਹੜਾ ਆਰਟੀਕਲ ਹੈ ਨੈਕਸਟ ਪ੍ਰੋਸੈਸ ਜਿਹੜੀ ਹੈ ਉਹ ਮੈਂ ਸਟਾਰਟ ਕਰ ਸਕਾਂ। ਥੈਂਕ ਯੂ।